This is Red FM News. ਰੈਡ ਐਫ ਐਮ ਦੀ ਇਸ ਪੇਸ਼ਕਸ਼ ਵਿੱਚ ਆਪ ਸਾਨੂੰ ਜੀ ਆਇਆਂ ਕਹਿੰਦੇ ਆ ਜੀ। ਅਸੀਂ ਅੱਜ ਪਹੁੰਚੇ ਹਾਂ ਸਕਾਈ ਵਿਊ ਕਮਿਊਨਿਟੀ ਨਾਰਥ ਈਸਟ ਦੇ ਵਿੱਚ। ਸਕਾਈ ਵਿਊ ਦੇ ਵਿੱਚ ਵੀ ਅੱਗੇ ਜਾਈਏ ਆਪਾਂ ਸਕਾਈ ਵਿਊ ਪੁਆਇੰਟ ਰੋਡ ਦੇ ਉੱਤੇ। ਔਰ ਜਿਵੇਂ ਕਿ ਤੁਹਾਨੂੰ ਮੇਰੀ ਪਿੱਛੇ ਦਿਸਦਾ ਹੋਏਗਾ ਕਿ ਮੈਂ ਜਿੱਥੇ ਖੜਾ ਇੱਕ ਡੈਕ ਦੇ ਉੱਪਰ ਖੜਾ, ਇੰਨੀ ਉੱਪਰ ਹਾਈਟ ਆ ਔਰ ਹਾਈਟ ਦੇ ਪਿੱਛੇ ਇੱਕ ਤੁਹਾਨੂੰ ਰੋਡ ਅੰਡਰ ਕੰਸਟਰਕਸ਼ਨ ਨਜ਼ਰ ਆਏਗੀ। ਔਰ ਅੱਗੇ ਚੱਲ ਕੇ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਕਿ ਕੁਝ ਨਵੇਂ ਘਰ ਵੀ ਇੱਥੇ ਬਣ ਰਹੇ ਨੇ। ਇਹ ਨਵੀਂ ਡਿਵੈਲਪਮੈਂਟ ਹੋ ਰਹੀ ਹੈ। ਇਹਦੇ ਵੱਲ ਦੇਖ ਕੇ ਆਪ ਮੁਹਾਰੇ ਇੱਕ ਖਿਆਲ ਦਿਮਾਗ ਦੇ ਵਿੱਚ ਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਤਾਂ ਅਸੀਂ ਇਹੋ ਜਿਹੀਆਂ ਬਹੁਤ ਸਾਰੀਆਂ ਕੰਸਟਰਕਸ਼ਨਸ ਦੇਖੀਆਂ ਸੀਗੀਆਂ ਕਿ ਜਿਨ੍ਹਾਂ ਨੂੰ ਬਿਨਾਂ ਤਰਤੀਬ ਤੋਂ ਹੀ ਅਸੀਂ ਉੱਥੇ ਜਿਹੜਾ ਉਹ ਬਣਾ ਲੈਂਦੇ ਹਾਂ। ਕਈ ਇਮਾਰਤਾਂ, ਕਈ ਇਹੋ ਜਿਹੀਆਂ ਡਿਵੈਲਪਮੈਂਟਸ ਆ ਜਾਂਦੀਆਂ ਨੇ ਅਤੇ ਹੁਣ ਉਹੋ ਜਿਹਾ ਕੁਛ ਇੱਥੇ ਵੀ ਜਿਹੜਾ ਉਹ ਨਜ਼ਰ ਦੇ ਵਿੱਚ ਆ ਰਿਹਾ। ਸੋ ਅੱਜ ਅਸੀਂ ਇਸ ਕਮਿਊਨਿਟੀ ਸਕਾਈ ਵਿਊ ਪੁਆਇੰਟ ਰੋਡ ਦੇ ਕੁਛ ਵਸਨੀਕਾਂ ਦੇ ਨਾਲ ਗੱਲਬਾਤ ਕਰਾਂਗੇ ਜੋ ਕਿ ਆਪਣੀਆਂ ਕੰਸਰਨਸ ਸਾਡੇ ਨਾਲ ਸਾਂਝੀਆਂ ਕਰਨਗੇ ਕਿ ਉਹਨਾਂ ਨੂੰ ਬੇਸਿਕਲੀ ਚਿੰਤਾ ਕਿਸ ਗੱਲ ਦੀ ਹੈ ਔਰ ਜੋ ਇਹ ਕੰਸਟਰਕਸ਼ਨ ਆ ਰਹੀ ਹੈ ਉਹਦੇ ਤੋਂ ਕਿਸ ਤਰ੍ਹਾਂ ਪ੍ਰਭਾਵਿਤ ਹੋ ਸਕਦੇ ਨੇ। ਸੋ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਹਰਜੀਤ ਕੌਰ ਜੱਸੀ। 1 ਮੰਥ ਹੋ ਗਿਆ ਸਾਨੂੰ, ਮੈਂ ਜੌਬ ਤੋਂ ਘਰ ਆਈ ਹਾਂ ਅਤੇ ਮੈਂ ਦੇਖਿਆ ਕਿ ਵੀ ਸਾਡੀ ਇਹ ਰੋਡ ਜਿਹੜੀ ਹੈਗੀ ਆ ਪਿੱਛੇ ਸ਼ਾਇਦ ਤੁਹਾਨੂੰ ਨਜ਼ਰ ਆਏਗੀ ਕਿ ਇਹ ਬਣ ਰਹੀ ਸੀ ਔਰ ਇੰਨੀ ਹਾਈ ਐਲੀਵੇਸ਼ਨ 'ਤੇ ਹੈਗੀ ਆ ਕਿ ਸਾਡੀ ਫੈਂਸ ਜਿਹੜੀ ਆ ਉਹ ਆਲਮੋਸਟ 7 ਫੀਟ ਹਾਈਟ ਹੈਗੀ ਆ ਔਰ ਇਹ ਰੋਡ ਜਿਹੜੀ ਉਹ ਬਣਾ ਰਹੇ ਆ ਉਹ ਆਲਮੋਸਟ 8 to 9 ਫੀਟ ਹਾਈਟ ਹੈਗੀ ਆ। ਸਾਡੇ ਘਰ ਦੀ ਬੈਕਯਾਰਡ ਦੇ ਵਿੱਚ ਬਣ ਰਹੀ ਆ। ਅਸੀਂ ਰਾਈਟ ਅਵੇ 311 'ਤੇ ਕਾਲ ਕੀਤੀਆਂ, ਮੈਂ ਆਪਣੇ ਨੇਬਰਸ ਨਾਲ ਕੰਟੈਕਟ ਕੀਤਾ ਹੈਗਾ ਅਤੇ ਉਹਨਾਂ ਦੇ ਨਾਲ ਅਸੀਂ ਸਾਰਿਆਂ ਨੇ ਮਿਲ ਕੇ ਅਸੀਂ 311 'ਤੇ ਕਾਲ ਕੀਤੀਆਂ, ਕੰਪਲੇਂਟ ਕੀਤੀਆਂ। ਉਸ ਤੋਂ ਬਾਅਦ ਵਿੱਚ ਫਿਰ ਅਸੀਂ ਆਪਣੇ ਕਾਉਂਸਲਰ ਮਿਸਟਰ ਜੋਰਜ ਚਾਹਲ ਉਹਨਾਂ ਨਾਲ ਵੀ ਗੱਲ ਕੀਤੀ। ਉਹਨਾਂ ਦਾ ਵੀ ਮੈਨੂੰ ਫੋਨ ਆਇਆ ਸੀ ਕਿ ਬਈ ਇਟਸ ਟੂ ਲੇਟ ਟੂ ਡੂ ਐਨੀਥਿੰਗ ਬਟ ਵੀ ਵਿਲ ਸਟਿਲ ਡੂ ਸਮਥਿੰਗ ਫॉर ਯੂ ਗਾਈਜ਼। ਅਤੇ ਉਹਨਾਂ ਦਾ ਜਿਹੜਾ ਨੁਮਾਇੰਦਾ ਸਟੈਨ ਹੈਗਾ ਆ, ਹੀ ਇਜ਼ ਵੈਰੀ ਹੈਲਪਫੁਲ। ਉਹਨੇ ਸਾਡੀ ਹੈਲਪ ਕੀਤੀ। ਉਹਨੇ ਸਾਰੇ ਜਿਹੜੇ ਪਲਾਨਿੰਗ ਡਿਵੈਲਪਮੈਂਟ ਵਾਲੇ ਹੈਗੇ ਆ ਸਿਟੀ ਵਾਲੇ, ਉਹਨਾਂ ਨਾਲ ਸਾਡੀ 2 ਵੀਕ ਪਹਿਲਾਂ ਅਪੁਆਇੰਟਮੈਂਟ ਦਿਲਵਾਈ ਸੀ। ਉਹਨਾਂ ਨੇ ਆ ਕੇ ਸਾਨੂੰ ਡਾਕੂਮੈਂਟਸ ਦਿਖਾਏ ਅਤੇ ਉਹਨਾਂ ਦੇ ਡਾਕੂਮੈਂਟਸ ਜਿਹੜੇ ਆ ਉਹ ਲਿਟਰਲੀ ਇਸ ਤਰ੍ਹਾਂ ਦੇ ਆ ਕਿ ਬਈ ਜਿਸ ਤਰ੍ਹਾਂ ਉਹਨਾਂ ਨੇ ਘਰ ਬੈਠ ਕੇ ਆਪਣੇ ਉਹ ਡਾਕੂਮੈਂਟ ਬਣਾਏ ਆ ਕਿ ਉਹਨਾਂ ਨੇ ਸਾਡੇ ਐਲੀਵੇਸ਼ਨ ਦਾ ਬਿਲਕੁਲ ਵੀ ਖਿਆਲ ਨਹੀਂ ਕੀਤਾ ਔਰ ਰੋਡ ਉਹਨਾਂ ਨੇ ਇਸ ਤਰ੍ਹਾਂ ਦੀ ਬਣਾਈ ਆ। ਉਹ ਸਾਨੂੰ ਉਹਨਾਂ ਨੇ ਇਹ ਕਿਹਾ ਕਿ ਇਹ ਪ੍ਰਾਈਵੇਟ ਰੋਡ ਆ। ਪ੍ਰਾਈਵੇਟ ਰੋਡ, ਓਕੇ ਠੀਕ ਆ, ਤੁਸੀਂ ਪ੍ਰਾਈਵੇਟ ਰੋਡ ਬਣਾਈ ਆ। ਅਸੀਂ ਉਹਨਾਂ ਨੂੰ ਕਿਹਾ ਕਿ ਸਾਡੇ ਬੱਚਿਆਂ ਦੀ ਸਿਕਿਉਰਿਟੀ, ਸਾਡੇ ਘਰਾਂ ਦੇ ਵਿੱਚ ਓਲਡ ਪੀਪਲ ਰਹਿੰਦੇ ਹੈਗੇ ਆ, ਕੋਈ ਵੀ ਉੱਧਰੋਂ ਜੰਪ ਮਾਰ ਕੇ ਸਾਡੇ ਬੈਕਯਾਰਡ 'ਚ ਆ ਸਕਦਾ ਆ। ਉਹ ਕਹਿੰਦੇ ਜੀ ਕੋਈ ਗੱਲ ਨਹੀਂ, ਇਹ ਟ੍ਰੈਸਪਾਸਿੰਗ ਆ, ਤੁਸੀਂ ਪੁਲਿਸ ਨੂੰ ਕਾਲ ਕਰੋ। ਪੁਲਿਸ ਨੂੰ ਹੋਰ ਕੋਈ ਕੰਮ ਨਹੀਂ ਹੈਗਾ, ਸਿਟੀ ਵਾਲਿਆਂ ਦੀ ਕੋਈ ਰਿਸਪੌਂਸਿਬਿਲਿਟੀ ਨਹੀਂ ਬਣਦੀ ਹੈਗੀ ਕਿ ਉਹਨਾਂ ਨੂੰ ਆਪਣਾ ਜੌਬ ਪ੍ਰੋਪਰਲੀ ਕਰਨੀ ਚਾਹੀਦੀ ਆ। ਕੱਲ੍ਹ ਉਹਨਾਂ ਨੂੰ ਮੈਂ 2 ਵੀਕ ਵੇਟ ਕਰਨੇ ਤੋਂ ਬਾਅਦ ਵਿੱਚ ਮੈਂ ਉਹਨਾਂ ਨੂੰ ਈਮੇਲ ਕੀਤੀ ਹੈਗੀ ਹੈ ਸਿਟੀ ਪਲੈਨਿੰਗ ਡਿਵੈਲਪਮੈਂਟ ਵਾਲਿਆਂ ਨੂੰ, ਅਤੇ ਉਹਨਾਂ ਦੀ ਮੈਨੂੰ ਈਮੇਲ ਦੇ ਵਿੱਚ ਆਨਸਰ ਇਹ ਆਇਆ ਕਿ ਉਹਨਾਂ ਨੇ ਆਰਕੀਟੈਕਟ ਦੇ ਨਾਲ ਗੱਲ ਕੀਤੀ ਆ ਔਰ ਉਹਨੇ ਇਹ ਕਿਹਾ ਆ ਕਿ we were informed they further investigated installing more trees. We were informed that due to the lack of space between the road curb, which is that, and the retaining wall structure, they would not be able to add any more trees without creating structural issues. ਜਦੋਂ ਸਾਨੂੰ ਜਿਨ੍ਹਾਂ ਨੂੰ ਇਨ ਡੈਪਥ ਨੌਲੇਜ ਨਹੀਂ ਹੈਗੀ ਕਿ ਘਰ ਕਿਸ ਤਰ੍ਹਾਂ ਬਣਨੇ ਚਾਹੀਦੇ, ਗੈਪ ਕਿਸ ਤਰ੍ਹਾਂ ਹੋਣਾ ਚਾਹੀਦਾ, ਅਸੀਂ ਉਹਨਾਂ ਨੂੰ ਕੰਪਲੇਂਟ ਕਰ ਰਹੇ ਹਾਂ ਕਿ ਤੁਸੀਂ ਸਾਡੇ ਲਈ ਗੈਪ ਇਨਫ ਨਹੀਂ ਛੱਡਿਆ ਹੈਗਾ, ਤੁਸੀਂ ਸਾਡੀ ਸਿਕਿਉਰਿਟੀ ਦੀ ਕੋਈ ਖਿਆਲ ਨਹੀਂ ਰੱਖੀ ਹੈਗੀ। ਅਤੇ ਉਹ ਜਿਹੜੇ ਬੈਠੇ ਜਿਨ੍ਹਾਂ ਨੇ ਸਟੱਡੀ ਕੀਤੀ ਹੋਈ ਆ, ਉਹਨਾਂ ਨੇ ਕੀ ਸਟੱਡੀ ਕੀਤੀ ਆ ਫਿਰ ਇਸ ਬਾਰੇ? ਕੀ ਉਹਨਾਂ ਨੇ ਦੇਖਿਆ ਹੈਗਾ ਕਿ ਬਈ ਅਸੀਂ ਕਿਸ ਤਰ੍ਹਾਂ ਅਸੀਂ ਆਪਣਾ ਐਲੀਵੇਸ਼ਨ ਇੱਕ ਸਾਈਡ 'ਤੇ ਉੱਚਾ ਹੈਗਾ, ਇੱਕ ਸਾਈਡ 'ਤੇ ਨੀਵਾਂ ਹੈਗਾ ਆ? ਕੋਈ ਸੈਂਸ ਹੀ ਨਹੀਂ ਬਣਦੀ ਹੈਗੀ। ਔਰ ਹਰ ਰੋਜ਼ ਪਲਾਨ ਚੇਂਜ ਕਰਦੇ ਹੈਗੇ। ਕੱਲ੍ਹ ਦੇਖੋ ਇਹਨਾਂ ਨੇ ਤਾਂ ਪਿੱਛੋਂ ਪੱਟ ਕੇ ਥੋੜ੍ਹਾ ਹੋਰ ਪਿੱਛੇ ਲੈ ਗਏ, ਵਿਚ ਇਜ਼ ਗੁੱਡ, ਪਰ ਇਹਨਾਂ ਨੂੰ ਇਹ ਪਤਾ ਪਹਿਲਾਂ ਨਹੀਂ ਸੀ ਪਤਾ, ਕਿੰਨੇ ਮਿਸਟੇਕ ਕਰੀ ਜਾ ਰਹੇ ਹੈਗੇ। ਇਹਨਾਂ ਨੂੰ ਕੁਝ ਵੀ ਪਤਾ ਨਹੀਂ ਹੈਗਾ ਕਿ ਸਿਰਫ ਆਫਿਸ ਬੈਠੇ ਇਹਨਾਂ ਨੇ ਬਸ ਅਪਰੂਵ ਕਰ ਦਿੱਤਾ। ਔਰ ਈਮੇਲ ਦੇ ਵਿੱਚ ਉਹਨਾਂ ਨੇ ਐਡਮਿਟ ਕੀਤਾ ਆ ਕਿ ਹਾਂ ਇਹ ਮਿਸਟੇਕ ਹੈ। ਅਗਰ ਇਹ ਮਿਸਟੇਕ ਹੈ ਤਾਂ ਇਹਦੀ ਭਰਪਾਈ ਕੌਣ ਕਰੇਗਾ? ਸਤਿ ਸ੍ਰੀ ਅਕਾਲ ਜੀ। ਸਾਡਾ ਮੇਨ ਇਸ਼ੂ ਤਾਂ ਇਹੀ ਹੈ ਜੀ, ਸੇਫਟੀ ਅਤੇ ਜਿਹੜਾ ਸਿਕਿਉਰਿਟੀ ਦਾ। ਮਤਲਬ ਹੁਣ ਅਸੀਂ ਇੱਥੇ ਸਾਰੇ ਫੈਮਲੀਆਂ ਰਹਿ ਰਹੀਆਂ, ਸਾਰਿਆਂ ਦੇ ਨਾਲ ਪੇਰੈਂਟਸ ਵੀ ਰਹਿ ਰਹੇ ਆ। ਇਹਨਾਂ ਨੇ ਜਿਹੜੀ ਇਹ ਹਾਈਟ ਆ, ਇਹ 8 ਤੋਂ 9 ਫੁੱਟ ਉੱਚੀ ਰੋਡ ਬਣਾ ਰੱਖੀ ਆ, ਜਿੱਦਾਂ ਸਾਡੇ ਸਿਰ ਤੋਂ ਵੀ ਉੱਪਰ ਜਾਂਦੀ ਆ। ਅਗਰ ਜੇ ਇੱਧਰੋਂ ਕੋਈ ਟਰੱਕ ਬਾਈਵੇ ਕੋਈ ਇੱਦਾਂ ਹੋ ਜਾਏ ਤਾਂ ਉਹ ਸਿੱਧਾ ਸਾਡੇ ਬੈਕਯਾਰਡ ਦੇ ਵਿੱਚ ਆ ਕੇ ਡਿੱਗੂਗਾ, ਤਾਂ ਉਹਦਾ ਰਿਸਪੌਂਸੀਬਲ ਕੌਣ ਆ? ਅਸੀਂ ਇਹੀ ਪਹਿਲਾਂ ਸਿਟੀ ਨੂੰ ਵੀ ਕੰਪਲੇਂਟਾਂ ਕਰੀਆਂ,
ਫਿਰ ਅਸੀਂ ਮਤਲਬ ਹੁਣ ਇਸ ਰੈੱਡ FM ਦੇ ਜਰੀਏ ਅਸੀਂ ਇਹ ਸਭ ਨੂੰ ਅਪੀਲ ਕਰਦੇ ਹਾਂ ਕਿ ਸਾਡੀ ਇਹਦੇ 'ਚ ਮਦਦ ਕਰੀ ਜਾਵੇ। ਇਹਨਾਂ ਬਿਲਡਰ ਨੂੰ ਇਹਨਾਂ ਦੇ ਪਲਾਨ ਦੇਖੇ ਜਾਣ। ਇਹਨਾਂ ਨੇ ਸਾਨੂੰ ਪਲਾਨ ਭੇਜਤੇ, ਅਸੀਂ ਕੋਈ ਆਰਕੀਟੈਕਟ ਨਹੀਂ, ਕੋਈ ਅਸੀਂ ਟੈਕਨੀਕਲ ਨੌਲੇਜ ਨਹੀਂ ਰੱਖਦੇ ਕਿ ਅਸੀਂ ਇਹ ਬਹੁਤ ਡੀਪਲੀ ਸਟੱਡੀ ਕਰ ਸਕੀਏ। ਇਹ ਇਹਨਾਂ ਦਾ ਸਿਟੀ ਆਫ ਕੈਲਗਰੀ ਨੂੰ ਅਸੀਂ ਬਹੁਤ ਵਾਰੀ ਕੰਪਲੇਂਟ ਕਰੀ ਆ, ਮੈਂ ਤੇ ਸਾਡੇ ਸਾਰੇ ਨੇਬਰਾਂ ਨੇ ਕੰਪਲੇਂਟ ਕਰੀ ਆ। ਉਹ ਆ ਕੇ ਸਾਨੂੰ ਜਸਟ ਸ਼ੋਅ ਆਫ ਕਰ ਗਏ ਤੇ ਇਹਦਾ ਕੋਈ ਸਾਨੂੰ ਸੋਲੂਸ਼ਨ ਨਹੀਂ ਦਿੱਤਾ। ਅਸੀਂ ਇਹਦੀ ਸੋਲੂਸ਼ਨ ਭਾਲਦੇ ਹਾਂ, ਸਾਨੂੰ ਸੋਲੂਸ਼ਨ ਇਹਦਾ ਹੱਲ ਕੱਢਿਆ ਜਾਵੇ ਕੋਈ। ਤੇ ਜਾਂ ਇਹ ਜਿੱਦਾਂ ਇਸੇ ਬਿਲਡਰ ਦੀ ਬੈਕ ਤੇ ਕਲੋਨੀ ਆ, ਉਹਨਾਂ ਨੇ ਉੱਥੇ 15 to 20 ਫੀਟ ਪਿੱਛੇ ਜਗ੍ਹਾ ਛੱਡ ਕੇ ਆਲੀ ਦੇ ਮੁਕਾਬਲੇ ਤੇ ਫਿਰ ਉਹਨਾਂ ਨੇ ਆਪਦੀ ਕੰਸਟਰਕਸ਼ਨ ਸਟਾਰਟ ਕਰੀ ਆ। ਹੁਣ ਅਸੀਂ ਇਸੇ ਕਰਕੇ ਇਹ ਕਹਿੰਦੇ ਆ ਵੀ ਜੇ ਇਹਨਾਂ ਨੇ ਕੰਸਟਰਕਸ਼ਨ ਕਰਨੀ ਆ ਤਾਂ ਇੱਥੋਂ 15 ਤੋਂ 20 ਫੁੱਟ ਜਗ੍ਹਾ ਛੱਡੀ ਜਾਵੇ ਤੇ ਉਸ ਦੇ ਨਾਲ ਆਪਦਾ ਨਵੇਂ ਸਿਰੋਂ ਸਾਨੂੰ ਮੇਨ ਜਿਹੜਾ ਸਾਡਾ ਹੈਗਾ ਫਿਕਰ ਉਹ ਸੇਫਟੀ ਤੇ ਸਿਕਿਉਰਿਟੀ ਦਾ, ਪਲੀਜ਼ ਉਹਨੂੰ ਦੇਖਿਆ। ਜਦੋਂ ਉਹਨਾਂ ਨੇ ਸਟਾਰਟ ਕੀਤਾ ਸੀਗਾ ਤੇ ਉਹਨਾਂ ਨੇ ਜਿਹੜੇ ਸਾਈਨ ਲਗਾਏ ਸੀਗੇ ਉਹ ਪਿੱਛੇ ਸਾਈਨ ਲਗਾਏ ਸੀਗੇ ਤਾਂ ਉਹ ਵਿੰਟਰ ਟਾਈਮ ਸੀਗਾ ਨਾ ਉਸ ਵੇਲੇ, ਤੇ ਕੌਣ ਜਾਂਦਾ ਵਿੰਟਰ ਟਾਈਮ ਵਿੱਚ ਚੈੱਕ ਕਰਨ ਵਾਸਤੇ। ਤੇ ਹੁਣ ਇਹ ਸਾਨੂੰ ਬਲੇਮ ਕਰ ਰਹੇ ਆ ਕਿ ਤੁਸੀਂ ਉਸ ਟਾਈਮ ਤੇ ਚੈੱਕ ਨਹੀਂ ਕੀਤਾ, ਕਿ ਅਸੀਂ ਤਾਂ ਉੱਥੇ ਲਾਏ ਸੀ ਸਾਈਨ ਲੱਗੇ ਹੁੰਦੇ, ਸਾਡੇ ਫਰੰਟ 'ਤੇ ਲੱਗੇ ਹੁੰਦੇ, ਅਸੀਂ ਪੜ੍ਹਦੇ, ਸਾਨੂੰ ਕੋਈ ਨੋਟਿਸ ਆਉਂਦਾ, ਕੁਛ ਨੋਟਿਸ ਨਹੀਂ ਆਇਆ। ਹੁਣ ਇਹ ਸਾਨੂੰ ਇਹ ਕਹਿ ਰਹੇ ਆ ਕਿ ਇਟਸ ਟੂ ਲੇਟ ਨਾਓ, ਕਿਉਂਕਿ ਜਿਹੜੇ ਸਾਈਨ ਸੀਗਾ ਉਹ ਤੋਂ ਪਿੱਛੇ ਲੱਗੇ ਹੋਏ ਸੀਗੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਤਰਵਿੰਦਰ ਸਿੰਘ ਹੈਗਾ ਔਰ ਮੈਂ ਇਸੇ ਨੇਬਰਹੁੱਡ ਵਿੱਚ ਤੀਸਰਾ ਘਰ ਹੈ ਮੇਰਾ ਜਿੱਥੇ ਮੈਂ ਰਹਿ ਰਹੀ ਹਾਂ, ਜਿੱਥੇ ਅਸੀਂ ਖੜੇ ਹਾਂ। ਉਸ ਤੋਂ ਜਦ ਅਸੀਂ ਸਿਟੀ ਵਾਲਿਆਂ ਨੂੰ ਕੰਟੈਕਟ ਕੀਤਾ ਔਰ ਸਿਟੀ ਵਾਲੇ ਸਾਨੂੰ ਆਏ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਜੀ ਤੁਹਾਨੂੰ ਸਾਰਿਆਂ ਨੂੰ ਨੋਟੀਫਿਕੇਸ਼ਨ ਭੇਜੀ ਗਈ ਸੀ, ਵਿਚ ਇਜ਼ ਨਾਟ ਟਰੂ। ਸਾਨੂੰ ਕੋਈ ਨੋਟੀਫਿਕੇਸ਼ਨ ਨਹੀਂ ਭੇਜੀ ਗਈ ਸੀਗੀ। ਮੰਥ ਆਫ ਦਸੰਬਰ ਦੇ ਬਾਅਦ ਜਦ ਪਿਛਲੀ ਸੜਕ ਬਣ ਗਈ ਹੈ ਪੂਰੀ, ਮੈਂ ਉੱਥੋਂ ਕ੍ਰਾਸ ਕਰ ਰਹੀ ਸੀਗੀ ਔਰ ਇਹ ਉਹ ਗੱਲ ਹੈਗੀ ਹੈ ਦਸੰਬਰ 30 ਦੀ, ਉੱਥੇ ਸਾਈਨ ਲੱਗਾ ਹੋਇਆ ਸੀਗਾ, ਆਲਮੋਸਟ 2 ਫੁੱਟ ਦੀ ਬਰਫ਼ ਪਈ ਹੋਈ ਸੀਗੀ। ਉੱਥੇ ਛੋਟਾ ਸਾਈਨ ਲੱਗਾ ਸੀਗਾ ਕਿ ਅਸੀਂ ਇੱਥੇ ਘਰਾਂ ਦੀ ਕੰਸਟਰਕਸ਼ਨ ਕਰ ਰਹੇ ਹਾਂ, ਕਿਸੇ ਨੂੰ ਆਬਜੈਕਸ਼ਨ ਹੈਗਾ ਤੇ ਸਿਟੀ ਨੂੰ ਕਾਲ ਕਰੇ। ਔਰ ਉਹ ਨੋਟਿਸ ਐਕਸਪਾਇਰ ਹੋ ਚੁੱਕਾ ਸੀ 25 ਕਿ 26 ਦਸੰਬਰ ਦਾ। ਤੇ ਮੇਰਾ ਸਿਟੀ ਨੂੰ ਕੁਐਸਚਨ ਹੈਗਾ ਕਿ ਹਾਊ ਯੂ ਅਜ਼ਿਊਮ ਕਿ ਜਿਹੜੀ ਸੜਕ ਹਾਲੇ ਚੱਲ ਨਹੀਂ ਰਹੀ ਹੈਗੀ ਹੈ ਔਰ ਉੱਥੇ ਤੁਸੀਂ ਸਾਈਨ ਲਗਾਇਆ, ਕੀ ਸਾਨੂੰ ਨੋਟੀਫਿਕੇਸ਼ਨ ਕਿਹਾ ਕਿ ਸਾਨੂੰ ਜਾ ਕੇ ਸਾਈਨ ਪੜ੍ਹਨਾ ਹੈ? ਕੀ ਸਾਨੂੰ ਨੋਟੀਫਿਕੇਸ਼ਨ ਕਿਹਾ ਕਿ ਤੁਹਾਡੇ ਘਰਾਂ ਦੇ ਪਿੱਛੇ ਜਿਹੜੇ ਘਰ ਬਣ ਰਹੇ ਨੇ ਉਹ ਤੁਹਾਡੇ ਲੈਵਲ ਤੋਂ ਉੱਚੇ ਹੋਣਗੇ? ਆਫ ਕੋਰਸ ਸਾਈਨ ਹੈਗਾ ਘਰ ਬਣ ਰਹੇ ਨੇ, ਮੈਨੂੰ ਕੋਈ ਆਬਜੈਕਸ਼ਨ ਨਹੀਂ ਹੈ ਘਰ ਬਣਨ, ਲੋਕੀ ਆ ਕੇ ਰਹਿਣ। ਨੈਕਸਟ ਟੂ ਦ LRT ਸਟੇਸ਼ਨ ਛੋਟੇ ਵੈਲਿਊ ਦੇ ਘਰ ਬਣ ਰਹੇ ਨੇ ਸਾਡੇ ਨਾਲੋਂ, ਕੋਈ ਆਬਜੈਕਸ਼ਨ ਨਹੀਂ ਹੈ। ਪਰ ਸਾਈਨ ਕਦੀ ਨਹੀਂ ਸੀ ਕਹਿੰਦਾ ਕਿ ਸੜਕ ਜਿਹੜੀ ਹੈਗੀ ਉਹ 8 ਫੀਟ ਉੱਚੀ ਬਣੇਗੀ। ਤੇ ਸਿਟੀ ਦੀ ਰਿਸਪੌਂਸਿਬਿਲਿਟੀ ਖਾਲੀ ਸਾਈਨ ਲਗਾਉਣ ਦੇਣ ਨਾਲ ਖਤਮ ਨਹੀਂ ਹੁੰਦੀ ਹੈ। ਸਿਟੀ ਦੀ ਰਿਸਪੌਂਸਿਬਿਲਿਟੀ ਹੈ ਆ ਕੇ ਦੇਖਣ ਕਿ ਕਿੰਨਾ ਗ੍ਰੀਨ ਏਰੀਆ ਛੱਡਿਆ ਗਿਆ, ਕਿੰਨਾ ਘਰਾਂ ਦੇ ਵਿੱਚ ਡਿਫਰੈਂਸ ਹੈਗਾ। ਇਹਦੇ ਨਾਲ ਖਾਲੀ ਸਾਨੂੰ ਇਹ ਨਹੀਂ ਕਿ ਲੋਕੀ ਜੰਪ ਕਰਨਗੇ, ਲੋਕਾਂ ਦਾ ਟਰੈਸ਼ ਸਾਡੇ ਘਰਾਂ ਦੇ ਵਿੱਚ ਗਿਰ ਸਕਦਾ ਬੈਕਯਾਰਡ ਦੇ ਵਿੱਚ, ਉਹਨੂੰ ਕੌਣ ਕਲੈਕਟ ਕਰੇਗਾ? ਘਰਾਂ ਦੇ ਵਿੱਚ ਜੇ ਫਲੱਡ ਆ ਗਿਆ ਔਰ ਉਹ ਸੱਤ ਤੋਂ ਉੱਚੇ ਨੇ ਤੇ ਉਹਨਾਂ ਘਰਾਂ ਦੇ ਫਲੱਡ ਦਾ ਪਾਣੀ ਦਾ ਜਿਹੜਾ ਤਰੀਕਾ ਉਹ ਕਿਸ ਤਰ੍ਹਾਂ ਨਿਕਲੇਗਾ? ਅਗਰ ਤੁਹਾਡਾ ਕੰਸਟਰਕਟਰ ਹੁਣੇ ਹੀ ਸਾਨੂੰ ਕਹਿ ਰਿਹਾ ਹੈ ਕਿ ਸਾਤੋਂ ਮਿਸਟੇਕਸ ਹੋਈਆਂ ਨੇ, ਕੱਲ੍ਹ ਜਦ ਫਲੱਡ ਆਏਗਾ ਉਸ ਰਿਸਪੌਂਸਿਬਿਲਿਟੀ ਨੂੰ ਕੌਣ ਲਏਗਾ? ਅਸੀਂ ਤੇ ਨੀਵੇਂ ਹੈਗੇ ਹਾਂ, ਸਾਰਾ ਫਲੱਡ ਸਾਡੇ ਘਰਾਂ ਵੱਲ ਆਏਗਾ। ਔਰ ਕਿੰਨੇ ਘਰਾਂ ਦੇ ਪਿੱਛੇ ਬੈਕਯਾਰਡ ਦੇ ਵਿੱਚ ਥੱਲੇ ਬੇਸਮੈਂਟਸ ਬਣੀਆਂ ਹੋਈਆਂ ਹੈ, ਪਾਣੀ ਉਹਨਾਂ ਦੇ ਵਿੱਚ ਜਾਏਗਾ, ਉਹਦੀ ਰਿਸਪੌਂਸਿਬਿਲਿਟੀ ਕੌਣ ਲਏਗਾ? ਕੀ ਇੰਸ਼ੋਰੈਂਸ ਕਵਰ ਕਰੇਗੀ ਉਸ ਵੇਲੇ ਇਹਨਾਂ ਦੀਆਂ ਮਿਸਟੇਕਸ ਨੂੰ? ਕੀ ਸਿਟੀ ਪੇ ਕਰੇਗੀ ਉਸ ਵੇਲੇ ਇਹਨਾਂ ਦੀਆਂ ਮਿਸਟੇਕ ਨੂੰ? ਕੀ ਸਿਟੀ ਦੀ ਰਿਸਪੌਂਸਿਬਿਲਿਟੀ ਨਹੀਂ ਹੈ ਕਿ ਸਾਨੂੰ ਇਨਫਾਰਮ ਕੀਤਾ ਜਾਏ ਘਰਾਂ ਦੇ ਵਿੱਚ ਕਿ ਤੁਹਾਡੇ ਘਰਾਂ ਦੀ ਵੈਲਿਊ ਹੁਣ ਡਾਊਨ ਹੋਏਗੀ ਕਿਉਂਕਿ ਅਸੀਂ ਇਸ ਤਰ੍ਹਾਂ ਦੀ ਕੰਸਟਰਕਸ਼ਨ ਕਰ ਰਹੇ ਹਾਂ? ਹੂ ਇਜ਼ ਰਿਸਪੌਂਸਿਬਲ ਫॉर ਇਟ? ਆਮ ਸਟਿਲ ਪੇਇੰਗ ਅ ਟੈਕਸ ਫॉर ਦ ਮੋਰ ਹਾਊਸ ਵੈਲਿਊ ਵਿਚ ਇਜ਼ ਗੋਇੰਗ ਟੂ ਗੋ ਡਾਊਨ ਬਿਕਾਜ਼ ਆਫ ਦਿਸ ਕੰਸਟਰਕਸ਼ਨ ਹੇਅਰ। ਸਿਟੀ ਤੋਂ ਬਹੁਤ ਸਾਰੇ ਕੁਐਸਚਨਸ ਹੈਗੇ, ਸਾਨੂੰ ਜਵਾਬ ਚਾਹੀਦੇ ਨੇ ਔਰ ਇੱਕ ਲਰਨਿੰਗ ਲੈਸਨ ਹੈਗਾ ਸਿਟੀ ਲਈ ਕਿ ਪਹਿਲਾਂ ਸਾਰੇ ਘਰਾਂ ਨੂੰ ਇਨਫਾਰਮ ਕੀਤਾ ਜਾਏ ਕਿ ਕਿਸ ਲੈਵਲ ਤੇ ਕੰਸਟਰਕਸ਼ਨ ਹੋਏਗੀ, ਕਿਸ ਵੈਲਿਊ ਦੇ ਘਰ ਆਉਣਗੇ, ਤਾਂ ਕਿ ਸਾਨੂੰ ਸਾਰਿਆਂ ਨੂੰ ਇਨਫੋਰਮੇਸ਼ਨ ਹੋਏ ਜਿਸ ਵੇਲੇ ਅਸੀਂ ਘਰ ਲੈ ਰਹੇ ਹਾਂ ਕਿ ਇੱਥੇ ਕੀ ਡਿਵੈਲਪਮੈਂਟ ਹੋਣ ਵਾਲੀ ਹੈ। ਉਹਨਾਂ ਦਾ ਕੁਐਸਚਨ ਸੀਗਾ ਕਿ ਉਹਨਾਂ ਨੇ ਮੈਨੂੰ ਇਹ ਜਵਾਬ ਦਿੱਤਾ ਹੈ ਕਿ ਜਦ ਵੀ ਤੁਸੀਂ ਕਿਸੇ ਓਪਨ ਏਰੀਆ ਦੇ ਵਿੱਚ ਘਰ ਲਓਗੇ ਇਹ ਤੁਹਾਡੀ ਰਿਸਪੌਂਸਿਬਿਲਿਟੀ ਹੈ, ਸਾਡਾ ਕੋਈ ਇਨਫੋਰਮੇਸ਼ਨ ਨਹੀਂ ਬਣਦਾ, ਵਿਚ ਇਜ਼ ਨਾਟ ਫੇਅਰ ਵਿਦ ਦ ਪੀਪਲ ਲਿਵਿੰਗ ਹੇਅਰ। ਅੱਜ ਅਸੀਂ ਗਏ ਸੀ ਸਕਾਈ ਵਿਊ ਪੁਆਇੰਟ ਰੋਡ ਨਾਰਥ ਈਸਟ ਦੇ ਵਿੱਚ, ਉੱਥੇ ਨਵੀਂ ਕੰਸਟਰਕਸ਼ਨ ਹੋ ਰਹੀ ਹੈ ਘਰਾਂ ਦੀ, ਤੇ ਜਿਹੜੇ ਉੱਥੇ ਰੈਜ਼ੀਡੈਂਟਸ ਨੇ ਉਹਨਾਂ ਨੇ ਕੰਸਰਨ ਇਹ ਦੱਸੀ ਹੈ, ਜਿਹੜੀ ਉੱਥੇ ਅਸੀਂ ਜਾ ਕੇ ਦੇਖੀ ਵੀ ਹੈ, ਕਿ ਉਹਨਾਂ ਦੇ ਘਰਾਂ ਦੀਆਂ ਬੈਕਯਾਰਡ ਦੀਆਂ ਜਿਹੜੀਆਂ ਫੈਂਸ ਨੇ ਉਹ 7 ਫੁੱਟ ਉੱਚੀਆਂ ਨੇ ਔਰ ਜਿਹੜੀ ਉੱਥੇ ਰੋਡ ਪਿੱਛੇ ਆ ਰਹੀ ਹੈ ਉਹਨਾਂ ਤੋਂ ਵੀ ਉੱਚੀ ਹੈ, ਐਟਲੀਸਟ 9 ਫੁੱਟ ਉੱਚੀ ਹੈ। ਸੋ ਕਹਿੰਦੇ ਨੇ ਕਿ ਇਹ ਤਾਂ ਸਾਡੇ ਸਿਕਿਉਰਿਟੀ ਲਈ ਬੜਾ ਵੱਡਾ ਥ੍ਰੈਟ ਪੈਦਾ ਹੋ ਗਿਆ। ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਹਾਂਜੀ, ਸਾਨੂੰ ਵੀ ਕੰਟੈਕਟ ਰੈਜ਼ੀਡੈਂਟਸ ਨੇ ਕੀਤਾ ਹੈ, ਉਹਨਾਂ ਦੇ ਨਾਲ ਆਪਾਂ ਮਿਲੇ ਵੀ ਹੈ। ਸਾਡਾ ਆਫਿਸ ਸਿਟੀ ਅਫੀਸ਼ੀਅਲ ਵੀ ਆ ਕੇ ਸਾਈਟ ਤੇ ਦੇਖਿਆ ਆ। ਇਹ ਜਿਹੜੀ ਡਿਵੈਲਪਮੈਂਟ ਪਰਮਿਟ ਫੈਬਰੂਅਰੀ ਦੀ ਅਪਰੂਵਲ ਹੋਈ ਆ, ਜਿਹੜਾ ਏਰੀਆ ਸਟਰਕਚਰ ਪਲਾਨ ਪਿਛਲੇ 10 ਸਾਲਾਂ ਤੋਂ ਅਪਰੂਵ ਹੋਇਆ ਆ, ਸੋ ਇਹ ਡਿਵੈਲਪਮੈਂਟ
ਸਰਕੂਲੇਸ਼ਨ ਕਮਿਊਨਿਟੀ ਐਸੋਸੀਏਸ਼ਨ ਦੇ ਨਾਲ ਹੋਈ ਸੀ, ਨਾਲੇ ਅਤੇ ਸਾਈਨ ਵੀ ਲੱਗਾ ਸੀ ਫॉर ਕਮਿਊਨਿਟੀ ਇਨਪੁਟ। ਸਿਟੀ ਜਿਹੜੇ ਪਲੈਨਿੰਗ ਡਿਪਾਰਟਮੈਂਟ ਆ ਉਹਨਾਂ ਨੇ ਅਪਰੂਵਲ ਦਿੱਤੀ ਸੀ ਸਾਈਟ ਤੇ। ਸਾਡੀ ਰਿਵਿਊ ਇਸ ਵੇਲੇ ਆਪਾਂ ਡਿਵੈਲਪਰ ਦੇ ਨਾਲੋਂ ਸਿਟੀ ਨੂੰ ਕਿਹਾ ਆ ਤੁਸੀਂ ਬੈਸਟ ਐਫਰਟਸ ਦੇ ਨਾਲ ਮਿਟੀਗੇਟ ਕਰੋ ਜਿਹੜੇ ਚੈਲੰਜਸ ਨੇ, ਜਿਹੜੇ ਕੰਸਰਨਸ ਰੈਜ਼ੀਡੈਂਟਸ ਦੇ ਹੈਗੇ ਆ। ਐਂਡ ਡਿਵੈਲਪਰ ਕਹਿ ਰਹੇ ਆ ਤੇ ਸਿਟੀ ਉਹ ਆਪਣੀ ਜਿਹੜੀ ਫੈਂਸ ਦੀ ਹਾਈਟ ਆ ਉਹ ਵਧਾ ਦੋਗੇ ਟੂ ਮੇਕ ਸ਼ੋਰ ਉਹਨਾਂ ਦੇ ਪ੍ਰੋਪਰਟੀ ਦੀ ਫੈਂਸ ਹਾਈਟ ਵਧੂਗੀ। ਨਾਲੇ ਜਿਹੜੀ ਲੈਂਡਸਕੇਪਿੰਗ ਆ ਵਿੱਚ ਬਚਾਲੇ ਉਹਨਾਂ ਦੇ ਪ੍ਰੋਪਰਟੀ ਤੇ ਫੈਂਸ ਦੇ ਵਿੱਚ ਉਹ ਵੀ ਪ੍ਰੋਪਰ ਲੋਕੇਸ਼ਨ ਤੇ ਰੱਖੂਗੇ ਐਂਡ ਉਹਦੇ ਨਾਲ ਸਕਰੀਨਿੰਗ ਫਰਦਰ ਸਕਰੀਨਿੰਗ ਰੈਜ਼ੀਡੈਂਟਸ ਨੂੰ ਮਿਲੂਗੀ। ਸਾਨੂੰ ਅੱਜ ਉਹਨਾਂ ਨੇ ਇੱਕ ਈਮੇਲ ਫਾਰਵਰਡ ਕੀਤੀ ਹੈ ਜਿਹੜੀ ਸਿਟੀ ਅਫੀਸ਼ੀਅਲਸ ਨੇ ਵਾਪਸ ਉਹਨਾਂ ਨੂੰ ਭੇਜੀ। ਉਹਦੇ 'ਚ ਇਹਨਾਂ ਨੂੰ ਕਲੀਅਰ ਕੱਟ ਕਹਿ ਦਿੱਤਾ ਗਿਆ ਕਿ ਕਨਵਰਸੇਸ਼ਨ ਜਦੋਂ ਅਸੀਂ ਗੱਲਬਾਤ ਕਹਿੰਦੇ ਆਰਕੀਟੈਕਟ ਦੇ ਨਾਲ ਕੀਤੀ ਤਾਂ ਇਹ ਦੱਸਿਆ ਗਿਆ ਕਿ ਉੱਥੇ ਕੁਝ ਟਰੀਜ਼ ਜਿਹੜੇ ਨੇ ਉਹ ਇੰਸਟਾਲ ਕੀਤੇ ਜਾਣਗੇ, ਪਰ ਹੁਣ ਕਿਉਂਕਿ ਰੋਡ ਕਰਬ ਤੇ ਰਿਟੇਨਿੰਗ ਵਾਲ ਸਟਰਕਚਰ ਦੇ ਦਰਮਿਆਨ ਜਿਹੜੀ ਜਗ੍ਹਾ ਹੈ ਉਹ ਘੱਟ ਆ, ਇਸ ਕਰਕੇ ਕੋਈ ਹੋਰ ਟਰੀਜ਼ ਵੀ ਨਹੀਂ ਲਾਏ ਜਾ ਸਕਦੇ। ਤੇ ਇਹਦੇ ਨਾਲ ਕਹਿੰਦੇ ਵੀ ਹੁਣ ਜਦੋਂ ਇੱਥੇ ਟਰੀਜ਼ ਵੀ ਨਹੀਂ ਲੱਗਣੇ ਤੇ ਫਿਰ ਉਹ 5 ਫੁੱਟ ਦਾ ਗੈਪ ਆ, ਉਹ ਕਹਿੰਦੇ ਉਹਦੀ ਕਲੀਨਿੰਗ ਕੌਣ ਕਰਿਆ ਕਰੂਗਾ। ਸੋ ਜਿਹੜੀ ਆਪਣੀ ਉਹਦੇ ਨਾਲ ਆ ਡਿਵੈਲਪਮੈਂਟ ਪਲਾਨ ਦੇ ਜਮਾ ਰਿਵਿਊ ਹੋਈ ਆ ਉਹ ਫੈਂਸ ਉੱਥੇ ਲੱਗਣੀ ਆ। ਐਂਡ ਜੇ ਉਸ ਡਿਵੈਲਪਰ ਦੇ ਪ੍ਰੋਪਰਟੀ ਦੇ ਵਿੱਚ ਆ ਉਹਨਾਂ ਨੂੰ ਇਨਸ਼ੋਰ ਕਰਨਾ ਪੈਣਾ ਦੈਟ ਉਹਨਾਂ ਦੀ ਪ੍ਰੋਪਰਟੀ ਅਪਰੋਪਰੀਏਟਲੀ ਮੇਨਟੇਨਡ ਹੈ। ਪਰ ਡਿਵੈਲਪਰ ਦੇ ਨਾਲ ਤੇ ਸਿਟੀ ਨਾਲ ਜਿਹੜੀ ਸਾਡੀ ਗੱਲਬਾਤ ਹੋਈ ਆ ਆਪਾਂ ਨੂੰ ਉਹਨਾਂ ਨੂੰ ਕਲੀਅਰਲੀ ਦੱਸਿਆ ਆ ਪ੍ਰੋਪਰ ਸਕਰੀਨਿੰਗ ਹੋਣੀ ਚਾਹੀਦੀ ਆ, ਫੈਂਸ ਦੀ ਹਾਈਟ ਵਧਾਓ ਟੂ ਮੇਕ ਸ਼ੋਰ ਕੋਈ ਨੈਗੇਟਿਵ ਇੰਪੈਕਟਸ ਉਧਰੋਂ ਸੱਚ ਗੱਡੀਆਂ ਦੀਆਂ ਲਾਈਟਾਂ ਮਿਨੀਮਾਈਜ਼ ਹੋਣ, ਨਾਲੇ ਲੈਂਡਸਕੇਪਿੰਗ ਜਿੱਥੇ ਅਪਰੋਪਰੀਏਟ ਹੈ ਉੱਥੇ ਵਧਾਓ। ਇਹ ਜਿਹੜੇ ਕਨਵਰਸੇਸ਼ਨ ਹੈ ਜਿਹੜੀ ਡਿਵੈਲਪਮੈਂਟ ਆਫ ਪਰਮਿਟ ਦੀ ਰਿਵਿਊ ਉਸ ਟਾਈਮ ਤੇ ਹੁੰਦੀ ਆ ਜਦੋਂ ਐਪਲੀਕੇਸ਼ਨ ਸਿਟੀ ਨੂੰ ਆਉਂਦੀ ਆ ਤਾਂ ਕਮਿਊਨਿਟੀ ਨੂੰ ਮੌਕਾ ਹੁੰਦਾ ਆ ਟੂ ਕਮੈਂਟ ਔਨ ਜਿਹੜੀ ਡਿਵੈਲਪਮੈਂਟ ਹੋ ਰਹੀ ਆ। ਐਂਡ ਹੁਣ ਆਪਾਂ ਮਿਡਲ ਆਫ ਕੰਸਟਰਕਸ਼ਨ ਆ, ਪਰਮਿਟ ਸਿਟੀ ਨੇ ਅਪਰੂਵ ਕੀਤੇ ਆ, ਸੋ ਆਪਾਂ ਰਲ ਮਿਲ ਕੇ ਸਾਡੀ ਪੂਰੀ ਕੋਸ਼ਿਸ਼ ਆ ਟੂ ਇਨਸ਼ੋਰ ਜਿੰਨੇ ਆਪਾਂ ਕੰਸਰਨਸ ਮਿਟੀਗੇਟ ਕਰ ਸਕਦੇ ਆ ਆਪਾਂ ਕਰ ਰਹੇ ਆ। ਐਂਡ ਡਿਵੈਲਪਰ ਨੇ ਵੀ ਕਿਹਾ ਆ ਆਪਾਂ ਬੈਸਟ ਐਫਰਟਸ ਦੇ ਨਾਲ ਇਹ ਜਿਹੜੇ ਕੰਸਰਨਸ ਅਲੀਵੀਏਟ ਕਰੋਗੇ। ਸੋ ਤੁਸੀਂ ਬੀਇੰਗ ਏਰੀਆ ਕਾਉਂਸਲਰ ਹੁਣ ਉਹ ਜਿਹੜੇ ਉੱਥੇ ਰੈਜ਼ੀਡੈਂਟਸ ਨੇ ਉਹਨਾਂ ਨੂੰ ਕੀ ਇੱਕ ਯਕੀਨ ਦਿਵਾਉਣਾ ਚਾਹੋਗੇ? ਸਾਡੇ ਆਫਿਸ ਆਪਾਂ ਉਹਨਾਂ ਦੇ ਬਹੁਤ ਵਧੀਆ ਸਾਡੇ ਨਾਲ ਕਨਵਰਸੇਸ਼ਨ ਹੋ ਰਹੇ ਆ, ਆਪਾਂ ਉਹਨਾਂ ਨੂੰ ਸਮਝਾਇਆ ਆ ਪ੍ਰੋਸੈਸ ਬਾਰੇ। ਆਪਾਂ ਇਹ ਵੀ ਉਹਨਾਂ ਨੂੰ ਕਿਹਾ ਆ ਆਪਾਂ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਕੰਸਰਨਸ ਡਿਵੈਲਪਰ ਨੂੰ ਦੱਸੂਗੇ ਤੇ ਸਿਟੀ ਐਡਮਿਨਿਸਟ੍ਰੇਸ਼ਨ ਨੂੰ ਦੱਸੂਗੇ ਟੂ ਇਨਸ਼ੋਰ ਆਪਾਂ ਬੈਸਟ ਤਰੀਕੇ ਨਾਲ ਕੋਈ ਜਿਹੜੀ ਮਿਟੀਗੇਟਿੰਗ ਫੈਕਟਰਸ ਲਿਆ ਸਕਦੇ ਆ ਔਨ ਫੈਂਸਿੰਗ ਐਂਡ ਸਕਰੀਨਿੰਗ। ਵੀ ਵਿਲ ਮੇਕ ਸ਼ੋਰ ਵੀ ਵਰਕ ਹਾਰਡ ਵਿਦ them to do so। ਸੋ ਜਿਸ ਤਰ੍ਹਾਂ ਕਿ ਸਾਰੇ ਵਸਨੀਕਾਂ ਨੇ ਆਪਣੀਆਂ ਪ੍ਰੋਬਲਮਸ ਜਿਹੜੀਆਂ ਨੇ ਉਹ ਰੱਖੀਆਂ ਨੇ, ਹੁਣ ਅਸੀਂ ਉਮੀਦ ਇਹੀ ਕਰਾਂਗੇ ਕਿ ਏਰੀਆ ਕਾਉਂਸਲਰ ਜੋਰਜ ਚਾਹਲ ਔਰ ਸਾਡੀ ਸਿਟੀ ਦਾ ਪਲੈਨਿੰਗ ਡਿਪਾਰਟਮੈਂਟ ਇਹਨਾਂ ਦੀਆਂ ਕੰਸਰਨਸ ਵੱਲ ਪੂਰਾ ਧਿਆਨ ਦੇਵੇਗਾ ਔਰ ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ ਇਹਨਾਂ ਸਮੱਸਿਆਵਾਂ ਦਾ ਹੱਲ ਕੀਤਾ ਜਾਏਗਾ। ਨਾਰਥ ਈਸਟ ਕੈਲਗਰੀ ਦੇ ਸਕਾਈ ਵਿਊ ਪੁਆਇੰਟ ਰੋਡ ਤੋਂ ਮੈਂ ਅਮਨਜੋਤ ਸਿੰਘ ਪੰਨੂ।